ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦਾ ਵਿਸਥਾਰ ਦੇ ਨਾਲ ਕਪੜ ਛਾਣ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਖਾਸ ਰਹੇਗਾ ਕਿ ਮਮਤਾ ਬੈਨਰਜੀ ਦੀ ਜਿੱਤ ਤੋਂ ਬਾਅਦ ਕਿਸਾਨ ਅੰਦੋਲਨ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਪੈਣ ਜਾ ਰਿਹਾ ਹੈ, ਦੇਸ਼ ਦੀ ਸਿਆਸਤ ਦੇ ਉੱਤੇ, ਖਾਸ ਕਰਕੇ ਕਿਸਾਨ ਅੰਦੋਲਨ ਦੇ ਨਾਲ ਹੋਰ ਸਿਆਸਤਾਂ ਦੇ ਉੱਤੇ। ਤੇ ਗੱਲਬਾਤ ਰਹੇਗੀ ਪੰਜਾਬ ਦੇ ਆਲੇ ਦੁਆਲੇ, ਪੰਜਾਬ ਦੀ ਸਿਆਸਤ ਦੇ ਵਿੱਚ ਕਿਹੋ ਜਿਹੇ ਪ੍ਰਭਾਵ ਵੇਖਣ ਨੂੰ ਮਿਲਣਗੇ, ਕੀ 2022 ਦੀ ਸਰਕਾਰ ਕਿਸਾਨ ਅੰਦੋਲਨ ਤੈਅ ਕਰਨ ਜਾ ਰਿਹਾ ਹੈ, ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿੱਚ ਹਲਚਲ ਤੇਜ਼ ਹੋਈ ਹੈ, ਕੇਂਦਰੀ ਏਜੰਸੀਆਂ ਦੇ ਵਿੱਚ ਵੀ ਹਲਚਲ ਵੇਖਣ ਨੂੰ ਮਿਲ ਰਹੀ ਹੈ, ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਕਰਕੇ ਸਵਾਲਾਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗੋਬਿੰਦ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਮਮਤਾ ਬੈਨਰਜੀ ਦੀ ਜਿੱਤ ਹੋਈ ਹੈ, ਕਿਸਾਨਾਂ ਦੇ ਵੱਲੋਂ ਲੱਡੂ ਵੰਡੇ ਗਏ ਨੇ, ਕਿਸਾਨ ਅੰਦੋਲਨ ਦੇ ਵਿੱਚ ਇੱਕ ਵਾਰ ਫਿਰ ਤੋਂ ਹੌਸਲਾ ਜਿਹੜਾ ਵੇਖਣ ਨੂੰ ਮਿਲਿਆ। ਕਿਸਾਨ ਆਗੂ ਸਟੇਜਾਂ ਦੇ ਉੱਤੇ ਨੇ, ਸੰਬੋਧਨ ਕਰ ਰਹੇ ਨੇ, ਕਿੱਦਾਂ ਵੇਖ ਰਹੇ ਹੋ? ਕਿਸਾਨ ਅੰਦੋਲਨ ਇੱਕ ਵਾਰ ਫਿਰ ਤੋਂ ਜਾਨ ਮਿਲੀ ਹੈ। ਦੇਖੋ, ਕਿਸਾਨ ਆਗੂ ਸੀ ਜਿਹੜੇ, ਉਹਨਾਂ ਦਾ ਇੱਕ ਬਹੁਤ ਵੱਡਾ ਦਾਅ ਸੀ ਪੱਛਮੀ ਬੰਗਾਲ ਦੇ ਵਿੱਚ, ਕਿਉਂਕਿ ਉਹ ਲਗਾਤਾਰ ਪੱਛਮੀ ਬੰਗਾਲ 'ਚ ਪ੍ਰਚਾਰ ਕਰਨ ਜਾਂਦੇ ਰਹੇ, ਉਹ ਤਮਿਲਨਾਡੂ 'ਚ ਪ੍ਰਚਾਰ ਕਰਨ ਜਾਂਦੇ ਰਹੇ। ਉਹਨਾਂ ਦਾ ਤਹਈਆ ਕੀਤਾ ਸੀ ਕਿ ਪੱਛਮੀ ਬੰਗਾਲ 'ਚ ਅਸੀਂ ਬੀਜੇਪੀ ਨੂੰ ਜਿੱਤਣ ਨਹੀਂ ਦੇਣਾ ਕਿਸਾਨਾਂ ਨੇ, ਔਰ ਅਗਰ ਬੀਜੇਪੀ ਜਿੱਤ ਜਾਂਦੀ ਤੇ ਫਿਰ ਬੀਜੇਪੀ ਦੇ ਲੀਡਰਾਂ ਨੇ ਕਿਸਾਨਾਂ ਦੇ ਖਿਲਾਫ ਬਿਆਨ ਦੇਣੇ ਸੀ ਕਿ ਕਿਸਾਨਾਂ ਨੇ ਉੱਥੇ ਜਾ ਕੇ ਰੈਲੀਆਂ ਵੀ ਕੀਤੀਆਂ, ਨਾਅਰੇ ਵੀ ਮਾਰੇ, ਮੀਟਿੰਗਾਂ ਵੀ ਕੀਤੀਆਂ, ਲੋਕਾਂ ਨੂੰ ਵੀ ਸਮਝਾਇਆ ਕਿ ਬੀਜੇਪੀ ਨੂੰ ਵੋਟ ਨਾ ਪਾਈਓ, ਪਰ ਬੀਜੇਪੀ ਤਾਂ ਫਿਰ ਜਿੱਤ ਗਈ। ਉਹਦੇ ਨਾਲ ਕਿਸਾਨ ਅੰਦੋਲਨ ਦੀ ਧਾਰ ਘਟਣੀ ਸੀ ਔਰ ਬੀਜੇਪੀ ਦੇ ਉਹਨਾਂ ਲੀਡਰਾਂ ਨੂੰ ਇਹ ਕਹਿਣ ਦਾ ਮੌਕਾ ਮਿਲਣਾ ਸੀ ਜਿਹੜੇ ਕਿਸਾਨ ਅੰਦੋਲਨ ਦੇ ਵਿਰੋਧੀ ਨੇ ਕਿ ਕਿਸਾਨਾਂ ਨੇ ਕਿਸਾਨ ਮੋਰਚੇ ਦਾ ਔਰ ਕਿਸਾਨ ਅੰਦੋਲਨ ਦਾ ਸਾਥ ਨਹੀਂ ਦਿੱਤਾ, ਇਹ ਚੰਦ ਕਿਸਾਨ ਨੇ ਜਿਨ੍ਹਾਂ ਦੀ ਇਹ ਮੰਗ ਹੈ। ਪਰ ਹੁਣ ਸਥਿਤੀ ਉਹ ਨਹੀਂ ਹੈ, ਕਿਉਂਕਿ ਬੀਜੇਪੀ ਬਹੁਤ ਬੁਰੀ ਤਰ੍ਹਾਂ ਨਾਲ ਹਾਰੀ ਹੈ। ਬੀਜੇਪੀ ਜੋ ਪਾਰਲੀਮੈਂਟ ਦੇ ਵਿੱਚ ਪ੍ਰਦਰਸ਼ਨ ਕੀਤਾ ਬੀਜੇਪੀ ਨੇ, ਦੇਖੋ ਪੱਛਮੀ ਬੰਗਾਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ 18 ਸੀਟਾਂ ਲੋਕ ਸਭਾ ਦੀਆਂ ਜਿੱਤੀ ਸੀ ਬੀਜੇਪੀ, 18 ਸੀਟਾਂ ਲੋਕ ਸਭਾ ਦੀਆਂ, ਔਰ ਲਗਭਗ 120-21 ਸੀਟਾਂ ਜਿੱਤੀ ਸੀ ਬੀਜੇਪੀ ਵਿਧਾਨ ਸਭਾ ਦੀਆਂ। ਬੀਜੇਪੀ 100 ਨਹੀਂ ਟੱਪੀ ਗਗਨ ਜੀ, ਬੀਜੇਪੀ 100 ਨਹੀਂ ਟੱਪੀ। ਪਾਰਲੀਮੈਂਟ ਨਾਲੋਂ ਵੀ ਬੀਜੇਪੀ ਦੀ ਪਰਫਾਰਮੈਂਸ ਘਟ ਗਈ ਔਰ ਬੀਜੇਪੀ ਨੇ ਨਾਅਰਾ ਕੀ ਦਿੱਤਾ ਸੀ? ਬੀਜੇਪੀ ਵਾਲੇ ਕਹਿੰਦੇ ਸੀ 2019 में हाफ और इस बार TMC साफ, इस तरह के ਜਿਹੜੇ ਨਾਅਰੇ ਨੇ ਉਹ ਦਿੱਤੇ ਜਾ ਰਹੇ ਸੀ। ਹੁਣ ਹੋਇਆ ਕੀ ਕਿ ਬੀਜੇਪੀ 2019 ਦੀ ਪਰਫਾਰਮੈਂਸ ਨਾਲੋਂ ਵੀ ਹੇਠਾਂ ਆ ਗਈ, 100 ਤੋਂ ਵੀ ਹੇਠਾਂ ਆ ਗਈ। ਇਹਦੇ ਪਿੱਛੇ ਕਾਰਨ ਕੀ ਰਹੇ? ਕਿਸਾਨ ਲੀਡਰ ਕਿਉਂ ਖੁਸ਼ ਨੇ? ਕਿਉਂ ਦੇਸ਼ ਭਰ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇੱਕ ਦੂਜਿਆਂ ਦਾ ਮੂੰਹ ਮਿੱਠਾ ਕਰਾਇਆ? ਮੈਨੂੰ ਪਤਾ ਲੱਗਿਆ ਕੋਈ ਭੋਪਾਲ 'ਚ ਬੈਠਾ ਹੈ, ਕੋਈ ਮਹਾਰਾਸ਼ਟਰ 'ਚ ਬੈਠਾ ਹੈ, ਕੋਈ ਉੱਤਰਾਖੰਡ ਝਾਰਖੰਡ 'ਚ ਬੈਠਾ ਹੈ, ਕੋਈ ਪੱਛਮੀ ਉੱਤਰ ਪ੍ਰਦੇਸ਼ 'ਚ ਬੈਠਾ ਹੈ, ਕੋਈ ਫਿਰੋਜ਼ਪੁਰ ਅੰਮ੍ਰਿਤਸਰ ਬੈਠਾ ਹੈ, ਕੋਈ ਟਿਕਰੀ ਬੈਠਾ ਹੈ, ਕੋਈ ਰਾਜਸਥਾਨ ਬੈਠਾ ਹੈ, ਕੋਈ ਕਿਸ ਬਾਰਡਰ ਤੇ ਬੈਠਾ ਹੈ, ਕੋਈ ਜੰਮੂ ਕਸ਼ਮੀਰ ਹਿਮਾਚਲ ਬੈਠਾ ਹੈ। ਉਹ ਵੀ ਕਿਸਾਨ ਇੱਕ ਦੂਜੇ ਦਾ ਲੱਡੂ ਮੂੰਹ ਮਿੱਠਾ ਕਰਾਈ ਜਾਂਦੇ ਨੇ। ਕਿਉਂ? ਕਿਉਂਕਿ ਕਿਸਾਨ ਸੰਗਠਨਾਂ ਨੂੰ ਲੱਗਦਾ ਹੈ ਕਿ ਬੀਜੇਪੀ ਦੀ ਹਾਰ ਦਾ ਮਤਲਬ ਇਹ ਹੈ ਕਿ ਪੱਛਮੀ ਬੰਗਾਲ ਔਰ ਵੱਡਾ ਸੂਬਾ ਪੱਛਮੀ ਬੰਗਾਲ ਜਿੱਥੇ ਬਹੁਤ ਵੱਡੀ ਕਿਸਾਨੀ ਹੈ ਔਰ ਪੱਛਮੀ ਬੰਗਾਲ 'ਚ ਕਿਸਾਨੀ ਮੁੱਦਾ ਹੈ, ਸੋ ਕਿਸਾਨ ਲੀਡਰਾਂ ਨੂੰ ਲੱਗਦਾ ਹੈ ਕਿ ਜਿਸ ਸੂਬੇ 'ਚ ਕਿਸਾਨੀ ਮੁੱਦਾ ਹੈ ਉੱਥੋਂ ਦੇ ਕਿਸਾਨਾਂ ਨੇ ਅਗਰ ਬੀਜੇਪੀ ਨੂੰ ਨਕਾਰਤਾ, ਇਹਦਾ ਮਤਲਬ ਕਮੀਆਂ ਹੋਣਗੀਆਂ। ਗਗਨ, ਬੀਜੇਪੀ ਨੇ ਕੋਈ ਕਸਰ ਨਹੀਂ ਛੱਡੀ। ਅਮਿਤ ਸ਼ਾਹ ਉਹਨਾਂ ਨੇ ਕਹਿਤਾ ਸੀ ਕਿ ਅਸੀਂ 6000 ਰੁਪਏ ਦਿੰਦੇ ਹਾਂ ਸਾਲ ਦਾ ਕਿਸਾਨਾਂ ਨੂੰ, 2-2 ਹਜ਼ਾਰ ਰੁਪਏ ਹਰ 4 ਮਹੀਨੇ 'ਚ, ਔਰ ਅਸੀਂ 3 ਸਾਲ ਦਾ ਬਕਾਇਆ, 2 ਸਾਲ ਦਾ ਬਕਾਇਆ ਸਮੇਤ ਇਸ ਸਾਲ ਦੀ ਪੇਮੈਂਟ ਕਿਸਾਨਾਂ ਨੂੰ ਦੇਵਾਂਗੇ। ਭਾਵ ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਕਿਹਾ ਗਿਆ ਕਿ ਜੇ ਬੀਜੇਪੀ ਦੀ ਸਰਕਾਰ ਆਈ ਤਾਂ 18,000 ਰੁਪਇਆ ਪ੍ਰਤੀ ਕਿਸਾਨ ਖਾਤੇ 'ਚ ਜਾਊਗਾ, ਪਰ ਕਿਸਾਨਾਂ ਨੇ, ਗਰੀਬ ਕਿਸਾਨਾਂ ਨੇ ਉਹ 18,000 ਕੁਰਬਾਨ ਕਰਤਾ ਕਿ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹਾਂ ਔਰ ਇਹ ਕਾਨੂੰਨ ਹੈ ਜਿਹੜੇ ਇਹਨਾਂ ਦੇ ਵਿੱਚ ਸੰਸ਼ੋਧਨ ਬੜੇ ਜ਼ਰੂਰੀ ਹੈ, ਇਹਨਾਂ 'ਚ ਬਦਲਾਅ ਬੜੇ ਜ਼ਰੂਰੀ ਹੈ। ਸੋ ਹੁਣ ਮੈਂ ਇਹ ਕਹਿ ਸਕਦਾ ਕਿ ਪੱਛਮੀ ਬੰਗਾਲ ਦੇ ਕਿਸਾਨਾਂ ਨੇ ਵੀ, ਪੰਜਾਬ ਦੇ ਕਿਸਾਨਾਂ ਨੇ, ਹਰਿਆਣੇ ਦੇ ਕਿਸਾਨਾਂ ਨੇ, ਰਾਜਸਥਾਨ ਦੇ ਕਿਸਾਨਾਂ ਨੇ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਇੰਨੇ ਸੂਬਿਆਂ ਦੇ ਕਿਸਾਨਾਂ ਨੇ ਜਦੋਂ ਖੁੱਲ੍ਹ ਕੇ ਵਿਰੋਧ ਕੀਤਾ ਹੋਇਆ ਹੈ ਤੇ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬਹੁਤ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਹੁਣ ਤੱਕ ਤਾਂ ਜਿਹੜਾ ਸਾਰੀ ਗੱਲਬਾਤ ਦਾ ਸਿਲਸਿਲਾ ਸੀ ਉਹ ਨਰਿੰਦਰ ਤੋਮਰ ਦੀ ਅਗਵਾਈ ਦੇ ਵਿੱਚ ਸੀ, ਸੋਮ ਪ੍ਰਕਾਸ਼ ਜੀ ਸੀ ਸਾਡੇ, ਉਹ ਵੀ ਪੋਜ਼ਿਟਿਵ ਹੋ ਗਏ ਸੀਗੇ। ਹੁਣ ਕਹਿੰਦੇ ਉਹਨਾਂ ਦੀ ਸਿਹਤ ਠੀਕ ਹੈ, ਚਲੋ ਰੱਬ ਉਹਨਾਂ ਨੂੰ ਜਲਦ ਸਿਹਤ ਬਖਸ਼ੇ। ਹੁਣ ਕਹਿੰਦੇ ਕਿ ਉਸ ਵੇਲੇ ਨਰਿੰਦਰ ਤੋਮਰ ਦੀ ਅਗਵਾਈ ਦੇ ਵਿੱਚ ਸੀ ਸਾਰਾ ਸਮਝੌਤੇ ਦੀ ਕਾਰਵਾਈ, ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੇ ਹੱਥਾਂ 'ਚ ਲੈਣੀ ਚਾਹੀਦੀ ਹੈ। ਗ੍ਰਹਿ ਮੰਤਰਾਲੇ ਦੀਆਂ ਔਰ ਸਾਡੀਆਂ ਚੌਕਸੀ ਏਜੰਸੀ ਦੀਆਂ ਕਈ ਰਿਪੋਰਟਾਂ ਨੇ ਜਿਹੜੀਆਂ ਉਹ ਕਿਸਾਨ ਅੰਦੋਲਨ ਬਾਰੇ ਗਗਨ, ਉਹ ਪ੍ਰਧਾਨ ਮੰਤਰੀ ਦਫ਼ਤਰ 'ਚ ਪੁੱਜੀਆਂ ਹੋਈਆਂ ਨੇ ਔਰ ਮੈਨੂੰ ਪੂਰੀ ਆਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਗੰਭੀਰਤਾ ਵਿਖਾਉਣਗੇ। ਸਾਡੀਆਂ ਸਰਕਾਰਾਂ ਨੇ ਕੋਵਿਡ ਦੀ ਸਥਿਤੀ ਤੇ ਓਡੀ ਗੰਭੀਰਤਾ ਨਹੀਂ ਦਿਖਾਈ। ਵੱਖ-ਵੱਖ ਐਕਸਪਰਟ ਸਮਾਂ ਰਹਿੰਦੇ ਕਹਿ ਰਹੇ ਸੀ ਕਿ ਕੋਵਿਡ ਦੀ ਦੂਸਰੀ ਲਹਿਰ ਬੜੀ ਖਤਰਨਾਕ ਹੈ। WHO ਨੇ ਕਿਹਾ
कि भारत ਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ। ਸਾਡੇ ਵਿਗਿਆਨਕਾਂ ਨੇ, ਡਾਕਟਰਾਂ ਨੇ ਕਿਹਾ, ਪਰ ਸਾਡੀਆਂ ਸਰਕਾਰਾਂ ਚੋਣਾਂ ਵਾਲੇ ਪਾਸੇ ਜ਼ਿਆਦਾ ਰਹਿ ਗਈਆਂ। ਔਰ ਤੁਸੀਂ ਦੇਖੋ ਝਿੜਕਾਂ ਪਈਆਂ ਨਾ ਜੀ ਜਦੋਂ ਚੋਣ ਕਮਿਸ਼ਨ ਨੂੰ, ਤੇ ਚੋਣ ਕਮਿਸ਼ਨ ਸੁਪਰੀਮ ਕੋਰਟ 'ਚ ਪਹੁੰਚ ਗਿਆ, ਕਹਿੰਦੇ ਮਦਰਾਸ ਵਾਲਿਆਂ ਨੇ ਸਾਨੂੰ ਝਿੜਕਤਾ, ਤੇ ਸੁਪਰੀਮ ਕੋਰਟ ਕਹਿੰਦੇ ਕੋਈ ਗੱਲ ਨਹੀਂ, ਡਾਕਟਰ ਦੀ ਦਵਾਈ ਕਦੇ ਕਦੇ ਕੌੜੀ ਵੀ ਹੁੰਦੀ ਹੈ। ਸੋ ਇਸ ਕਰਕੇ ਚੋਣ ਕਮਿਸ਼ਨ ਨੂੰ ਪ੍ਰਬੰਧਨ ਤੇ ਜ਼ੋਰ ਦੇਣ ਦੀ ਬਜਾਏ ਆਪਣੀ ਇੱਜ਼ਤ ਦੀ ਫਿਕਰ ਪੈ ਗਈ। ਚੋਣ ਕਮਿਸ਼ਨ ਦੀ ਇਹ ਖੁੱਲ੍ਹ ਕੇ ਮੈਂ ਕਹਿ ਸਕਦਾ ਕਿ ਜੋ ਕੁਝ ਚੋਣ ਕਮਿਸ਼ਨ ਨੂੰ ਮਦਰਾਸ ਹਾਈ ਕੋਰਟ ਨੇ ਕਿਹਾ, ਉਹਦੇ ਪਿੱਛੇ ਚੋਣ ਕਮਿਸ਼ਨ ਦੀ ਨਲਾਇਕੀ ਜ਼ਿੰਮੇਦਾਰ ਹੈ। ਔਰ ਚੋਣ ਕਮਿਸ਼ਨ ਸਾਡੇ ਲਈ ਕਿੱਡੀ ਇੱਜ਼ਤਦਾਰ ਬਾਡੀ ਹੈ, ਕਨਸਟੀਟਿਊਸ਼ਨਲ ਬਾਡੀ ਹੈ, ਔਰ ਨਲਾਇਕੀ ਜ਼ਿੰਮੇਦਾਰ ਹੈ ਚੋਣ ਕਮਿਸ਼ਨ ਦੀ। ਇੰਨੀ ਵੱਡੀ ਗਿਣਤੀ 'ਚ ਲੋਕ ਰੈਲੀਆਂ ਤੋਂ ਬਾਅਦ ਬਿਮਾਰ ਹੋ ਰਹੇ ਨੇ ਥਾਂ ਥਾਂ ਤੇ ਹੁਣ ਚੋਣ ਕਮਿਸ਼ਨ ਨੂੰ ਕੀ ਹੋ ਗਿਆ ਫਿਰ? ਜਿਹੜਾ ਕੁਝ ਹੁਣ ਚੋਣ ਕਮਿਸ਼ਨ ਨੂੰ ਦਿਖ ਗਿਆ ਮਦਰਾਸ ਹਾਈ ਕੋਰਟ ਦੀਆਂ ਝਿੜਕਾਂ ਖਾ ਕੇ, ਉਹ ਪਹਿਲਾਂ ਹੀ ਦਿਖ ਜਾਣਾ ਚਾਹੀਦਾ ਸੀ। ਸੋ ਇਸ ਕਰਕੇ ਮੈਂ ਮੁੱਦੇ ਤੇ ਵਾਪਸ ਆਉਣਾ। ਮੈਨੂੰ ਲੱਗਦਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਹੁਣ ਬਹੁਤ ਗੰਭੀਰਤਾ ਦਿਖਾਉਣਗੇ। ਸਾਰੀਆਂ ਚੌਕਸੀ ਏਜੰਸੀ ਦੀਆਂ ਰਿਪੋਰਟਾਂ ਉਹਨਾਂ ਕੋਲੇ ਹੈ। ਕੋਵਿਡ ਦੀ ਸਥਿਤੀ ਹਜੇ ਨਾਜ਼ੁਕ ਨਹੀਂ ਹੈ ਕਿਸਾਨ ਅੰਦੋਲਨ ਦੇ ਆਲੇ ਦੁਆਲੇ, ਪਰ ਕਿਉਂਕਿ ਕਿਸਾਨਾਂ ਨੇ ਫਸਲਾਂ ਕੱਟ ਲੀਆਂ, ਕਣਕਾਂ ਕੱਟ ਲੀਆਂ, ਵੇਚ ਲੀਆਂ, ਔਰ ਕਿਸਾਨ ਅੰਦੋਲਨ ਦੇ ਲੀਡਰ ਸੱਦੇ ਮਾਰਨ ਲੱਗ ਗਏ। ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਜਦੋਂ 5 ਸਟੇਟਾਂ ਦੇ ਰਿਜ਼ਲਟ ਆ ਗਏ ਔਰ ਪੱਛਮੀ ਬੰਗਾਲ 'ਚ ਜੇ ਅਸੀਂ ਬੀਜੇਪੀ ਨੂੰ ਹਰਾਤਾ ਤੇ ਅਸੀਂ ਫੇਰ ਮੁੜ ਕੇ ਇਕੱਠੇ ਹੋਵਾਂਗੇ। ਸੋ ਰਕੇਸ਼ ਟਕੈਤ ਔਰ ਬਾਕੀ ਜਿਹੜੇ ਲੀਡਰ ਨੇ ਉਹ ਤਾਂ ਕਹਿ ਰਹੇ ਨੇ ਕਿ ਕਿਸਾਨ ਮੁੜਿਆ ਨੇ 5 ਮਈ ਤੋਂ 6 ਮਈ ਤੋਂ ਮੁੜਨੇ ਸ਼ੁਰੂ ਹੋ ਜਾਣੇ। ਸੋ ਮੈਂ ਨਹੀਂ ਚਾਹੁੰਦਾ ਗਗਨ ਕਿ ਦਿੱਲੀ 'ਚ ਫੇਰ ਟਿੱਕਰੀ ਬਾਰਡਰ ਤੇ ਸਾਰੀ ਥਾਵਾਂ ਤੇ ਕਿਸਾਨਾਂ ਦਾ ਇਕੱਠ ਹੋਵੇ। ਬਹੁਤ ਕੋਵਿਡ ਦੀ ਸਥਿਤੀ ਚਿੰਤਾਜਨਕ ਹੈ। ਪੰਜਾਬ 'ਚ ਵੀ ਕੱਲ੍ਹ ਵੀ ਪੰਜਾਬ 'ਚ 157 ਲੋਕ ਗਗਨ ਚੜ੍ਹਾਈ ਕਰ ਗਏ, 6000 ਠੀਕ ਹੋਏ ਨੇ, 6700 ਦੇ ਕਰੀਬ ਨਵੇਂ ਆ ਗਏ ਨੇ। ਔਰ ਪੰਜਾਬ 'ਚ ਬਹੁਤ ਵੱਡੀ ਗਿਣਤੀ 'ਚ 7800 ਤੋਂ ਜ਼ਿਆਦਾ ਲੋਕ ਪੰਜਾਬ 'ਚ ਨੇ ਜਿਨ੍ਹਾਂ ਨੂੰ ਆਕਸੀਜਨ ਲੱਗੀ ਹੋਈ ਹੈ। 213 ਲੋਕ ਪੰਜਾਬ 'ਚ ਨੇ ਜਿਹੜੇ ਵੈਂਟੀਲੇਟਰ ਤੇ ਨੇ। ਸੋ ਇਸ ਕਰਕੇ ਸਥਿਤੀਆਂ ਚਿੰਤਾਜਨਕ ਹੈ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਕਿਸਾਨ ਦੁਬਾਰਾ ਵੱਡੀ ਗਿਣਤੀ 'ਚ ਟਿੱਕਰੀ ਪਹੁੰਚਣ, ਸਿੰਘੂ ਬਾਰਡਰ ਪਹੁੰਚਣ, ਵੱਖ-ਵੱਖ ਥਾਵਾਂ ਤੇ ਪਹੁੰਚਣ, ਕਿਉਂਕਿ ਇਨਫੈਕਸ਼ਨ ਫੈਲਣ ਦਾ ਖਤਰਾ ਇਸ ਵਕਤ ਬਹੁਤ ਜ਼ਿਆਦਾ ਹੈ। ਸੋ ਜ਼ਿੰਮੇਵਾਰੀ ਹੁਣ ਸਰਕਾਰ ਦੀ ਹੈ ਕਿ ਸਰਕਾਰ ਕਿਸਾਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਗੰਭੀਰਤਾ ਦਿਖਾਵੇ। ਔਰ ਮੈਂ ਬੇਨਤੀ ਕਰੂੰਗਾ ਸੁਪਰੀਮ ਕੋਰਟ ਵੀ ਸਾਡੀ ਆਪ ਦਖਲ ਦੇ ਦੇ। ਹੁਣ ਵੇਲਾ ਜਦੋਂ ਸੁਪਰੀਮ ਕੋਰਟ ਦਖਲ ਦੇਵੇ, ਕਿਉਂਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਢਿੱਲੀਆਂ ਨੇ। ਸਾਨੂੰ ਪਤਾ ਹੁਣ ਤਾਂ ਸਾਰਿਆਂ ਨੂੰ ਵੀ ਸਾਡੀਆਂ ਪੋਲੀਟੀਕਲ ਪਾਰਟੀਆਂ ਦੀ ਕਾਰਗੁਜ਼ਾਰੀ ਢਿੱਲੀ ਹੈ, ਇਹਦੇ 'ਚ ਕੋਈ ਹੁਣ ਸ਼ੱਕ ਵਾਲੀ ਗੱਲ ਨਹੀਂ ਰਹਿ ਗਈ। ਸੋ ਸੁਪਰੀਮ ਕੋਰਟ ਸਾਡੀ ਮਾਨਯੋਗ ਸੰਸਥਾ ਅਗਰ ਦਖਲ ਦੇ ਦੇ, ਸਰਕਾਰ ਨੂੰ ਹਦਾਇਤਾਂ ਕਰੇ ਕਿ ਕਿਸੇ ਵੀ ਕੀਮਤ ਦੇ ਉੱਤੇ ਕਿਸਾਨਾਂ ਦੇ ਨਾਲ ਮਸਲਾ ਨਿਬੇੜਿਆ ਜਾਵੇ, ਗੱਲਬਾਤ ਕਰਕੇ ਨਿਬੇੜਿਆ ਜਾਵੇ, ਔਰ ਕਿਸਾਨਾਂ ਦੀ ਸਹਿਮਤੀ ਹੈ, ਜਿੱਥੇ ਅਸਹਿਮਤੀ ਹੈ ਉੱਥੇ ਉਹਨਾਂ ਨੂੰ ਸੁਲਝਾਇਆ ਜਾਵੇ, ਨਵੇਂ ਸਿਰੇ ਗੱਲਬਾਤ ਸ਼ੁਰੂ ਕੀਤੀ ਜਾਵੇ। ਔਰ ਕਿਸਾਨਾਂ ਨੂੰ ਕਿਹਾ ਜਾਵੇ ਕਿ ਗੱਲਬਾਤ ਸ਼ੁਰੂ ਹੋ ਗਈ, ਆਪਾਂ ਇਹ ਮਸਲਾ ਤੈਅਬੱਧ ਸਮੇਂ 'ਚ, ਭਾਵੇਂ ਹਫ਼ਤੇ ਦਾ ਟਾਈਮ ਦਿੱਤਾ ਜਾਵੇ ਕਿ 7 ਦਿਨ 'ਚ ਸਰਕਾਰ ਤੇ ਕਿਸਾਨ ਸਮਝੌਤੇ ਤੇ ਪਹੁੰਚ ਜਾਣਗੇ, ਤੇ ਕਿਸਾਨਾਂ ਨੂੰ ਕਿਹਾ ਜਾਵੇ ਕਿ ਹੁਣ ਤੁਸੀਂ ਦੁਬਾਰਾ ਨਾ ਆਓ, ਕਿਉਂਕਿ ਅਗਰ ਦੁਬਾਰਾ ਲਾਗ ਕਿਸੇ ਵੀ ਕਿਸਾਨ ਨੂੰ ਗਗਨ ਲੱਗ ਗਈ ਤੇ ਸਥਿਤੀਆਂ ਚਿੰਤਾਜਨਕ ਬਣ ਸਕਦੀਆਂ ਨੇ। ਹਾਲਾਂਕਿ ਕਿਸਾਨ ਆਗੂ ਸਾਡੇ ਲਗਾਤਾਰ ਕਹਿ ਰਹੇ ਨੇ ਕਿ ਇਹ ਸਾਡਾ ਪਿੰਡ ਹੀ ਹੈ, ਇੱਥੇ ਤੁਸੀਂ ਜਾਂਚ ਕਰ ਲਓ, ਵੈਕਸੀਨ ਲਾ ਦਿਓ, ਉਹ ਸਾਰੀਆਂ ਗੱਲਾਂ ਠੀਕ ਨੇ, ਪਰ ਇਹ ਸਥਿਤੀਆਂ ਨੇ ਬੜੀ ਤੇਜ਼ੀ ਦੇ ਨਾਲ ਇਹ ਜਿਹੜੀ ਬਿਮਾਰੀ ਹੈ ਇਹ ਫੈਲਦੀ ਹੈ ਗਗਨ। ਸੋ ਮੈਂ ਚਾਹੂੰਗਾ ਕਿ ਇਸ ਵਕਤ ਸਰਕਾਰ ਦੀ ਜ਼ਿੰਮੇਵਾਰੀ ਜ਼ਿਆਦਾ ਹੈ, ਕਿਉਂਕਿ ਸਰਕਾਰ ਸਭ ਤੋਂ ਵੱਡੀ ਸੰਸਥਾ ਹੈ। ਅਗਰ ਸਮੇਂ ਸਿਰ ਸਰਕਾਰ ਜਾਗੀ ਹੁੰਦੀ, ਅੱਜ ਆਕਸੀਜਨ ਦੀ ਕਮੀ ਕਰਕੇ ਲੋਕ ਨਾ ਦੁਨੀਆ ਤੋਂ ਜਾਂਦੇ। ਹੁਣ ਵੀ ਵਕਤ ਹੈ ਕਿ ਸਰਕਾਰ ਸਮੇਂ ਸਿਰ ਕਿਸਾਨਾਂ ਦੇ ਨਾਲ ਮਸਲਾ ਨਿਬੇੜ ਲੇ, ਕਿਉਂਕਿ ਜੇ ਕਿਸਾਨਾਂ ਨੇ ਨਵੇਂ ਸਿਰੇ ਤੋਂ ਗਗਨ ਭੀੜ ਕਰਤੀ ਤੇ ਫਿਰ ਬਹੁਤ ਚਿੰਤਾਜਨਕ ਸਥਿਤੀਆਂ ਬਣ ਸਕਦੀਆਂ ਨੇ। ਬਿਲਕੁਲ। ਸੋ ਕਿਸਾਨ ਆਗੂ ਬਲਦੀਪ ਸਿੰਘ ਸਿਰਸਾ ਦੀ ਗੱਲਬਾਤ ਵੀ ਜ਼ਰੂਰ ਸੁਣਾਵਾਂਗੇ, ਕਿਉਂਕਿ ਉਹਨਾਂ ਨੇ ਵੀ ਜਿਹੜਾ ਸੱਦਾ ਦਿੱਤਾ ਹੈ ਤੇ ਖਾਸ ਤੌਰ ਦੇ ਉੱਤੇ ਜੋ ਮੌਜੂਦਾ ਹਾਲਾਤ ਨੇ ਉਹ ਵੀ ਉਹਨਾਂ ਨੇ ਅੰਦੋਲਨ ਦੇ ਦੱਸੇ ਨੇ। ਕੀ ਕੁਝ ਬਲਦੀਪ ਸਿੰਘ ਸਿਰਸਾ ਕਹਿ ਰਹੇ ਹੋ ਸੁਣਦੇ ਹਾਂ। ਜੋ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਇਲੈਕਸ਼ਨਾਂ ਹੋਈਆਂ ਸਨ, ਉਹਨਾਂ ਰਿਜ਼ਲਟਾਂ ਜੋ ਨਤੀਜੇ ਆਏ, ਉਹਨਾਂ ਨਤੀਜਿਆਂ ਤੋਂ ਬਾਅਦ ਮੋਦੀ ਦੀ ਬਹੁਤ ਵੱਡੀ ਹਾਰ ਹੋਈ ਹੈ। ਔਰ ਅੱਜ ਜੋ ਕਿ ਯੂਪੀ ਸੂਬੇ ਦੇ ਪੰਚਾਇਤ ਇਲੈਕਸ਼ਨਾਂ ਦੇ ਵੀ ਜਿਹੜੇ ਨੇ ਉਹ ਰਿਜ਼ਲਟ ਆ ਰਹੇ ਨੇ, ਤੋਂ ਪਤਾ ਲੱਗਿਆ ਕਿ ਕੱਲ੍ਹ ਤੱਕ ਮੁਕੰਮਲ ਹੋਣਗੇ ਸਾਰੇ, ਸ਼ਾਇਦ ਰਾਤ ਤੱਕ ਹੋ ਜਾਣ। ਉਹਦੇ ਵਿੱਚ ਵੀ ਮੋਦੀ ਪਾਰਟੀ ਨੂੰ ਜਿਹੜੀ ਕਿ ਇਹ ਬੀਜੇਪੀ ਪਾਰਟੀ ਆ, ਇਹਦੀ ਬਹੁਤ ਵੱਡੇ ਪੱਧਰ 'ਤੇ ਹਾਰ ਹੋ ਰਹੀ ਹੈ। ਹਾਲਾਂਕਿ ਜਿਹੜੇ ਪੰਚਾਇਤ ਇਲੈਕਸ਼ਨਾਂ ਦੇ, ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਇਲੈਕਸ਼ਨ ਨੇ, ਇਹਨਾਂ 'ਤੇ ਆਮ ਤੌਰ 'ਤੇ ਜਿਹੜੇ ਰਿਜ਼ਲਟ ਨੇ ਉਹ ਰੂਲਿੰਗ ਪਾਰਟੀ ਦੇ ਹੱਕ ਵਿੱਚ ਹੀ ਹੁੰਦੇ ਹਨ, ਪਰ ਜੋ ਯੂਪੀ ਦੇ ਰਿਜ਼ਲਟ ਆ ਰਹੇ ਨੇ ਉਹਨਾਂ ਦੇ ਵਿੱਚ ਮੋਦੀ ਨੂੰ ਬਹੁਤ ਵੱਡੀ ਹਾਰ ਜਿਹੜੀ ਆ ਉਹ ਮਿਲ ਰਹੀ ਆ। ਇਹਦਾ ਇੱਕੋ ਇੱਕ ਕਾਰਨ ਹੈ ਕਿ ਜੋ ਮੋਦੀ ਸਰਕਾਰ ਵੱਲੋਂ ਕਿਸਾਨ ਜਿਹੜੇ ਖੇਤੀ ਵਿਰੋਧੀ ਕਾਨੂੰਨ ਬਣਾਏ ਗਏ ਸੀ, ਉਹਨਾਂ ਦੇ ਸਬੰਧ ਵਿੱਚ
ਤੇ MSP ਪੂਰੇ ਭਾਰਤ 'ਚ ਕਾਨੂੰਨ ਦੇ ਤਹਿਤ ਲਾਗੂ ਕਰਾਉਣ ਲਈ ਦਿੱਲੀ ਦੇ ਚਾਰੋਂ ਤਰਫ ਜੋ ਧਰਨੇ ਚੱਲ ਰਹੇ ਨੇ, ਉਹਨਾਂ ਧਰਨਿਆਂ ਤੇ ਸੰਯੁਕਤ ਮੋਰਚੇ ਵੱਲੋਂ ਬੈਠੇ ਆਗੂਆਂ ਵੱਲੋਂ ਜਗ੍ਹਾ ਜਗ੍ਹਾ ਜਾ ਕੇ, ਜਿਸ ਤਰ੍ਹਾਂ ਕਿ ਪੱਛਮੀ ਬੰਗਾਲ, ਕੇਰਲਾ, ਤਾਮਿਲ, ਉਹਨਾਂ ਸੂਬਿਆਂ ਦੇ ਵਿੱਚ ਜਾ ਕੇ ਉੱਥੋਂ ਦੇ ਕਿਸਾਨਾਂ ਨੂੰ ਜਾਗਰਤ ਕਰਨਾ, ਦੱਸਣਾ ਕਿ ਮੋਦੀ ਸਰਕਾਰ ਜਿਹੜੀ ਆ ਇਹ ਜਿੱਥੇ ਕਿਸਾਨਾਂ ਦੇ ਵਿਰੁੱਧ ਆ, ਉਹਦੇ ਨਾਲ ਨਾਲ ਇਹ ਦੇਸ਼ ਦੇ ਜਿਹੜੇ ਸਮੁੱਚੇ ਲੋਕ ਨੇ, ਚਾਹੇ ਉਹ ਮਜ਼ਦੂਰ ਹੈ, ਚਾਹੇ ਮੁਲਾਜ਼ਮ ਹੈ, ਟਰਾਂਸਪੋਰਟਰ ਹੈ, ਉਹ ਦੁਕਾਨਦਾਰ ਹੈ, ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਦੁਕਾਨਦਾਰ ਨੇ, ਪੇਂਡੂ ਦੁਕਾਨਦਾਰ ਤਾਂ ਹੈ ਹੀ ਹੈ, ਸ਼ਹਿਰੀ ਦੁਕਾਨਦਾਰ ਵੀ, ਸਾਰੇ ਕਾਰੋਬਾਰਾਂ ਦਾ ਜਿਹੜਾ ਉਹ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ। ਸੋ ਇਸ ਦੇ ਨਾਲ ਹੀ ਅਗਲੇ ਮਸਲਿਆਂ ਦੇ ਵੱਲ ਵਧਾਂਗੇ। ਡੱਲਾ ਸਾਹਿਬ, ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਹੈ ਤੇ ਦੂਜੇ ਪਾਸੇ ਹੁਣ ਜੇਕਰ ਸਰਗਰਮੀਆਂ ਉੱਥੇ ਵਧਣਗੀਆਂ, ਜਿਸ ਤਰ੍ਹਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉੱਥੇ ਕਿਸਾਨ ਆਉਣੇ ਸ਼ੁਰੂ ਹੋ ਚੁੱਕੇ ਨੇ, ਸਿਰਫ ਇੱਕ ਰਾਜਸਥਾਨ ਵਾਲੇ ਪਾਸਿਓਂ ਛੱਡ ਕੇ ਬਾਕੀ ਸਾਰੇ ਪਾਸੇ ਕਿਸਾਨ ਪਹੁੰਚਣੇ ਸ਼ੁਰੂ ਹੋਏ ਨੇ, ਕਿ ਕੇਂਦਰੀ ਏਜੰਸੀਆਂ ਵੀ ਇਸ ਨੂੰ ਲੈ ਕੇ ਸਤਰਕ ਹੋਈਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਤੱਕ ਇਸ ਚੀਜ਼ ਦੀਆਂ ਰਿਪੋਰਟਾਂ ਪਹੁੰਚਣ? ਦੇਖੋ, ਬਿਲਕੁਲ ਗ੍ਰਹਿ ਮੰਤਰੀ ਤੱਕ ਇਹ ਸਾਰੀਆਂ ਚੀਜ਼ਾਂ ਜਾਂਦੀਆਂ ਨੇ, ਪ੍ਰਾਈਮ ਮਿਨਿਸਟਰ ਆਫਿਸ ਤੱਕ ਜਾਂਦੀਆਂ ਨੇ, ਕਿਉਂਕਿ ਮੁਲਕ 'ਚ ਇਸ ਵਕਤ ਸਾਡੇ ਲੀਡਰ ਨੇ ਪ੍ਰਧਾਨ ਮੰਤਰੀ। ਕੋਵਿਡ ਦੇ ਖਿਲਾਫ ਵੀ ਲੜਾਈ ਪ੍ਰਧਾਨ ਮੰਤਰੀ ਹੁਣ ਲੜ ਰਹੇ ਨੇ। ਆ ਚੋਣਾਂ ਤੋਂ ਵਿਹਲੇ ਹੋ ਕੇ ਤਾਂ ਉਹਨਾਂ ਨੇ ਪੂਰਾ ਸਮਾਂ ਕੋਵਿਡ ਦੇ ਖਿਲਾਫ ਜੰਗ ਨੂੰ ਦੇਣਾ ਸ਼ੁਰੂ ਕਰਤਾ। ਪਹਿਲਾਂ ਤਾਂ BJP ਵਾਲੇ ਪ੍ਰਧਾਨ ਮੰਤਰੀ ਸਾਹਿਬ ਨੂੰ ਲੈ ਗਏ ਸੀ ਵੀ ਸਾਡੇ ਲਈ ਪ੍ਰਚਾਰ ਕਰੋ ਜੀ, ਅਸੀਂ ਜਿੱਤਣਾ। ਕਈ ਵਾਰੀ ਪ੍ਰਧਾਨ ਮੰਤਰੀਆਂ ਨੂੰ ਪਾਰਟੀਆਂ ਦੇ ਪ੍ਰਧਾਨਾਂ ਦੇ ਕਹਿਣ ਤੇ ਜਾਣਾ ਪੈਂਦਾ, ਪਰ ਜਾਣਾ ਨਹੀਂ ਚਾਹੀਦਾ। ਇਹ ਕਾਨੂੰਨ ਬਣ ਜਾਣਾ ਚਾਹੀਦਾ ਕਿ ਸਾਡੇ ਮੁਲਕ 'ਚ ਜਿਹੜਾ ਵੀ ਪ੍ਰਧਾਨ ਮੰਤਰੀ ਹੋਊਗਾ ਉਹ ਚੋਣ ਪ੍ਰਚਾਰ ਨਹੀਂ ਕਰੂਗਾ, ਉਹਦੇ ਨਾਲ ਦੇਸ਼ ਦਾ ਬਹੁਤ ਵੱਡਾ ਭਲਾ ਹੈ। ਅਗਰ ਮੋਦੀ ਸਾਹਿਬ ਪਿਛਲੇ 3-4 ਮਹੀਨੇ ਸਿਰਫ ਕੋਵਿਡ ਨੂੰ ਕੰਟਰੋਲ ਕਰਨ ਤੇ ਲੱਗਦੇ ਗਗਨ, ਅੱਜ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੁਲਕ 'ਚ 4 ਲੱਖ ਤੱਕ ਦਾ ਅੰਕੜਾ ਛੂ ਜਾਂਦਾ। ਬਹੁਤ ਕਾਬਲ ਪ੍ਰਬੰਧਕ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ। ਹੁਣ ਦੇਖੋ ਤੁਸੀਂ, ਆਕਸੀਜਨ ਦੀ ਕਮੀ ਦਿਨਾਂ ਦੇ ਵਿੱਚ ਹੀ ਖਤਮ ਹੋਣ ਵਾਲੇ ਪਾਸੇ ਤੁਰ ਪਈ। ਕਿੰਨੇ ਨਵੇਂ ਪਲਾਂਟ ਬਣਾਉਣ ਦਾ ਆਰਡਰ ਦਿੱਤਾ, 551 ਪਲਾਂਟ ਪੂਰੇ ਦੇਸ਼ 'ਚ ਬਣਨੇ ਨੇ ਆਕਸੀਜਨ ਦੇ। ਸੋ ਜਿੱਥੇ ਪ੍ਰਧਾਨ ਮੰਤਰੀ ਠੀਕ ਹੈ ਉੱਥੇ ਠੀਕ ਨੇ, ਪਰ ਜਿੱਥੇ ਪ੍ਰਧਾਨ ਮੰਤਰੀ ਦੀ ਕਮੀ ਹੈ ਉੱਥੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਸਾਡੇ ਬਜ਼ੁਰਗ ਵੀ ਨੇ, ਸਾਡੇ ਪ੍ਰਧਾਨ ਮੰਤਰੀ ਨੇ, ਸਾਨੂੰ ਨਾਰਾਜ਼ਗੀ ਹੈ ਤੇ ਅਸੀਂ ਨਾਰਾਜ਼ਗੀ ਪ੍ਰਗਟ ਕਰੀਏ। ਔਰ ਹੁਣ ਉਹੀ ਗੱਲ ਹੈ, ਸਾਰੀਆਂ ਰਿਪੋਰਟਾਂ ਪ੍ਰਧਾਨ ਮੰਤਰੀ ਦਫ਼ਤਰ 'ਚ ਜਾਂਦੀਆਂ ਨੇ। ਹੁਣ ਪ੍ਰਧਾਨ ਮੰਤਰੀ ਸਾਹਿਬ ਅਗਰ ਇੱਕ ਵਾਰੀ ਕਿਸਾਨਾਂ ਨੂੰ ਕਹਿ ਦੇਣ ਵੀ ਮੈਂ ਤੁਹਾਡੇ ਨਾਲ ਮੀਟਿੰਗ ਕਰਦਾ, ਮੈਂ ਗੱਲ ਨਿਬੇੜੂੰਗਾ, ਤੇ ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਗਗਨ ਕਿ ਪ੍ਰਧਾਨ ਮੰਤਰੀ ਦੀ ਗੱਲ ਮੋੜ ਦੇਣ ਸਾਡੇ 40-42 ਕਿਸਾਨ ਸੰਗਠਨਾਂ ਦੇ ਆਗੂ। ਹਾਂ, ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਗੰਭੀਰਤਾ ਦੇ ਨਾਲ ਸੁਣਨ, ਸਮਝਣ। ਅਗਰ ਤੁਰੰਤ ਉਹਨਾਂ ਦੀ ਮੰਗ ਨਹੀਂ ਮੰਨੀ ਜਾ ਸਕਦੀ ਤਾਂ ਵੀ ਉਹਨਾਂ ਨੂੰ ਸਮਝਾਇਆ ਜਾਵੇ ਕਿ ਅਸੀਂ ਇਹਦਾ ਹੱਲ ਕੀ ਕੱਢਾਂਗੇ, ਅਸੀਂ ਇਹਦਾ ਹੱਲ ਕੀ ਕੱਢਾਂਗੇ। ਉਂਝ ਤਾਂ ਜਿਹੜੀਆਂ ਸਥਿਤੀਆਂ ਬਣੀਆਂ ਨੇ, BJP ਆਪ ਤਿਆਰ ਹੋ ਗਈ ਸੀ ਵੀ ਅਸੀਂ 1.5 ਸਾਲ ਲਈ ਕਾਨੂੰਨਾਂ ਨੂੰ ਮੁਅੱਤਲ ਕਰਨ ਲਈ ਤਿਆਰ ਹਾਂ। ਫਿਰ ਸਮਾਂ ਕੀ ਰਹਿ ਗਿਆ? ਅਗਰ 1.5 ਸਾਲ ਲਈ ਤਿਆਰ ਨੇ ਤੇ 24 ਆਉਣ ਨੂੰ ਤਾਂ ਵੈਸੇ ਹੀ 3.5-4 ਸਾਲ ਰਹਿ ਗਏ, 3.5 ਸਾਲ ਰਹਿ ਗਏ। ਸੋ ਪ੍ਰਧਾਨ ਮੰਤਰੀ ਸਾਹਿਬ ਕਹਿ ਦੇਣ ਕਿ ਇਹ ਪੂਰਾ ਸੈਸ਼ਨ ਹੈ ਜਿਹੜਾ ਅਸੀਂ ਕਾਨੂੰਨ ਮੁਅੱਤਲ ਕਰਦੇ ਹਾਂ ਔਰ ਅਸੀਂ 3-3.5 ਸਾਲਾਂ ਤੱਕ, ਅਗਲੇ ਚੋਣਾਂ ਤੋਂ ਪਹਿਲਾਂ ਅਸੀਂ ਮਿਲ ਜੁਲ ਕੇ ਨਵੇਂ ਕਾਨੂੰਨ ਦਾ ਡਰਾਫਟ ਬਣਾਉਣੇ ਆ। ਮੈਨੂੰ ਲੱਗਦਾ ਕਿਸਾਨ ਵੀ ਸਹਿਮਤ ਹੋਣਗੇ ਔਰ ਪ੍ਰਧਾਨ ਮੰਤਰੀ ਸਾਹਿਬ ਦੀ ਇੱਜ਼ਤ ਵੀ ਰਹੂਗੀ, ਗੱਲ ਵੀ ਉਹਨਾਂ ਦੀ ਰਹੂਗੀ ਔਰ ਉਹਨਾਂ ਦਾ ਝੰਡਾ ਵੀ ਬੁਲੰਦ ਹੋਊਗਾ ਪ੍ਰਧਾਨ ਮੰਤਰੀ ਦਾ। ਮਸਲਾ ਤਾਂ ਇਹ ਹੈ ਕਿ ਸਭ ਤੋਂ ਵੱਡੀ ਤਾਕਤ ਇਸ ਵਕਤ ਮੁਲਕ 'ਚ ਫੈਸਲਾ ਕਰਨ ਵਾਲੀ ਪ੍ਰਧਾਨ ਮੰਤਰੀ ਹੈ। ਨਰਿੰਦਰ ਸਿੰਘ ਤੋਮਰ ਇੱਕ ਮੰਤਰੀ ਹੈ, ਸੋਮ ਪ੍ਰਕਾਸ਼ ਰਾਜ ਮੰਤਰੀ ਹੈ, ਪਿਊਸ਼ ਗੋਇਲ ਮੰਤਰੀ ਹੈ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ। ਮਤਲਬ ਉਹ ਸਾਰੇ ਮੰਤਰੀਆਂ ਦੇ ਪ੍ਰਧਾਨ ਨੇ। ਸੋ ਮੰਤਰੀਆਂ ਦੇ ਪ੍ਰਧਾਨ ਨੂੰ ਅਗਰ ਜਦੋਂ ਸਾਰੇ ਇਖਤਿਆਰ ਹੈਗੇ ਨੇ ਤੇ ਮੰਤਰੀਆਂ ਦਾ ਪ੍ਰਧਾਨ ਫੈਸਲਾ ਕਰੇ, ਯੂਨੀਅਨ ਦੇ ਪ੍ਰਧਾਨਾਂ ਨਾਲ ਗੱਲ ਕਰੇ ਔਰ ਬਹਿ ਕੇ ਮਸਲਾ ਨਿਬੇੜ ਲੇ। ਇਹਨਾਂ ਨੂੰ ਇਸ ਤਰੀਕੇ ਨਾਲ ਦੇਖਣ ਦੀ ਜ਼ਰੂਰਤ ਹੈ ਇਸ ਵਕਤ ਗਗਨ ਜੀ। ਤੇ ਡੱਲਾ ਸਾਹਿਬ, ਗੱਲ ਪੰਜਾਬ ਦੀ ਸਿਆਸਤ ਦੇ ਵੱਲ ਵੀ ਇਸੇ ਤਰ੍ਹਾਂ ਆਉਂਦੀ ਹੈ ਕਿ ਜੇਕਰ ਮਮਤਾ ਬੈਨਰਜੀ ਉੱਥੋਂ ਜਿੱਤੇ ਨੇ ਤੇ ਪੰਜਾਬ ਦੇ ਵਿੱਚ ਇਹਦਾ ਅਸਰ ਵੇਖਣ ਨੂੰ ਮਿਲੇਗਾ, ਕਿਉਂਕਿ TMC ਕਿਤੇ ਨਾ ਕਿਤੇ ਮਜ਼ਬੂਤ ਹੁਣ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਵੀ ਵੇਖੇ, ਕਿਉਂਕਿ ਪ੍ਰਚਾਰ ਪੰਜਾਬ ਦੇ ਵਿੱਚ ਇਸ ਕਦਰ ਹੋ ਗਿਆ ਕਿ ਮਮਤਾ ਨੇ ਟੱਕਰ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੂੰ। ਉਹਨਾਂ ਨੂੰ ਤਾਂ 2024 ਦੇ ਲਈ ਵੀ ਵੇਖਣ ਲੱਗ ਗਈਆਂ ਕਈ ਤਰ੍ਹਾਂ। ਨਹੀਂ, ਦੇਖੋ, ਦੋ ਚੀਜ਼ਾਂ ਨੂੰ, ਇਹਨੂੰ ਦੋ ਤਰੀਕੇ ਨਾਲ ਦੇਖਣਾ ਚਾਹੀਦਾ। ਮਮਤਾ ਬੈਨਰਜੀ ਦੀ ਪਾਰਟੀ ਨੇ ਪਹਿਲਾਂ ਪੰਜਾਬ 'ਚ ਯਤਨ ਕੀਤਾ, ਜਗਮੀਤ ਬਰਾੜ ਨੂੰ ਲਾਇਆ ਸੀ ਪੰਜਾਬ ਦਾ ਪ੍ਰਧਾਨ। ਜਗਮੀਤ ਬਰਾੜ ਚਲੋ ਅਕਾਲੀ ਦਲ 'ਚ ਚਲੇ ਗਏ, ਉਹਨਾਂ ਦੀ ਪੁਰਾਣੀ ਸਾਂਝ ਸੀਗੀ ਅਕਾਲੀ ਦਲ ਦੇ ਨਾਲ। ਕਿਸੇ ਸਮੇਂ ਜਗਮੀਤ ਬਰਾੜ ਅਕਾਲੀ ਦਲ 'ਚ ਹੀ ਸੀ, ਬਾਅਦ 'ਚ ਮਨਮਟਾ ਹੋਇਆ ਤੇ ਕਾਂਗਰਸ 'ਚ ਚਲੇ ਗਏ। ਆਪ ਨਾਲ ਵੀ ਗੱਲਾਂ ਚੱਲ ਰਹੀਆਂ ਸੀ ਪਰ ਆਪ 'ਚ ਗਏ ਨਹੀਂ, ਹੁਣ ਆ ਗਏ ਉਹ ਅਕਾਲੀ ਦਲ ਨਾਲ। ਹੁਣ ਤਾਂ ਮੈਨੂੰ ਲੱਗਦਾ ਫਿਰੋਜ਼ਪੁਰ ਤੋਂ ਜਦੋਂ ਸੁਖਬੀਰ ਬਾਦਲ ਨੇ ਲੋਕ ਸਭਾ ਦੀ ਸੀਟ ਛੱਡਣੀ ਹੈ ਨਾ, ਤੇ ਉੱਥੇ ਜਗਮੀਤ ਬਰਾੜ ਨੂੰ ਲੜਾਇਆ ਜਾਊਗਾ ਲੋਕ ਸਭਾ ਦਾ ਚੋਣ। ਪਰ ਮੈਂ ਤਾਂ ਜਗਮੀਤ ਬਰਾੜ ਨੂੰ ਸਲਾਹ ਦਊਂਗਾ ਵੀ ਲੋਕ ਸਭਾ ਦੀ ਸੀਟ ਫਿਰੋਜ਼ਪੁਰੋਂ ਨਾ ਲੜਿਓ, ਜੇ ਆਫਰ ਵੀ ਹੁੰਦੀ ਹੈ। ਤੁਸੀਂ ਵਿਧਾਨ ਸਭਾ ਦੀ ਸੀਟ ਲੜਿਓ, ਵਿਧਾਇਕ ਬਣਨਾ ਆਸਾਨ ਹੈ। ਫਿਰੋਜ਼ਪੁਰ ਦੀ ਅਕਾਲੀ ਦਲ ਦੀ ਵਿਹਲੀ ਕੀਤੀ ਹੋਈ ਸੀਟ ਇਸ ਵਕਤ ਤੁਹਾਡੇ ਲਈ ਜਿੱਤਣੀ ਬੜੀ ਔਖੀ ਹੈ, ਕਿਉਂਕਿ ਸਥਿਤੀਆਂ ਪੰਜਾਬ ਦੇ ਵਿੱਚ ਥੋੜ੍ਹੀਆਂ ਜਿਹੀਆਂ ਹਜੇ ਵੀ ਸਪਸ਼ਟ ਨਹੀਂ ਹੋਈਆਂ
कि अकाली दल की हवा ਚੱਲਣ ਲੱਗ ਗਈ ਜਾਂ नहीं। ਜਦੋਂ अकाली दल की हवा ਚੱਲੇ ਉਦੋਂ ਹੀ लोक सभा की सीट ਤੁਸੀਂ ਫਿਰੋਜ਼ਪੁਰ ਤੇ ਲੜੋ। ਜਗਮੀਤ ਬਰਾੜ ਉਹਨਾਂ ਨੂੰ ਇਹ ਮੇਰਾ ਸੁਝਾਅ ਹੈ। ਬਾਕੀ ਉਹ ਬਹੁਤ ਕਾਬਲ ਲੀਡਰ ਨੇ, ਵੱਡੇ ਲੀਡਰ ਨੇ, ਉਹ ਆਪ ਫੈਸਲਾ ਕਰ ਸਕਦੇ ਨੇ। ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਦੇਖੋ 2022 ਦੀਆਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਨੇ ਨਾ, ਉਹਨਾਂ ਨੂੰ ਦੋ ਤਰੀਕੇ ਨਾਲ ਪ੍ਰਭਾਵਿਤ ਕਰ ਸਕਦੀ ਹੈ ਗਗਨ, ਜਿਹੜੀ ਮਮਤਾ ਬਨਰਜੀ ਦੀ ਜਿੱਤ ਹੈ। ਇੱਕ ਤਾਂ ਇਹ ਕਿ ਕਿਸਾਨ ਆਪਣੀ ਪਾਰਟੀ ਬਣਾ ਲੈਣ ਤੇ ਮਮਤਾ ਬਨਰਜੀ ਤੋਂ ਸਮਰਥਨ ਮੰਗਣ, ਜਾਂ ਮਮਤਾ ਬਨਰਜੀ ਪੰਜਾਬ 'ਚ ਕਿਸਾਨਾਂ ਦੀ ਪਾਰਟੀ ਨੂੰ ਸਮਰਥਨ ਦੇ ਦੇ ਤੇ ਮਮਤਾ ਬਨਰਜੀ ਪੰਜਾਬ 'ਚ ਪ੍ਰਚਾਰ ਕਰਨ ਆਵੇ। ਕਿਉਂਕਿ ਮੋਦੀ ਸਾਹਿਬ ਨੇ ਰੈਲੀਆਂ ਕਰਨੀਆਂ ਪੰਜਾਬ 'ਚ। ਹੁਣ ਜੇ ਪੰਜਾਬ 'ਚ ਇੱਕ ਪਾਸੇ ਮੋਦੀ ਸਾਹਿਬ ਰੈਲੀ ਕਰਨਗੇ ਤੇ ਦੂਜੇ ਪਾਸੇ ਕਿਸਾਨਾਂ ਦੇ ਸਮਰਥਨ 'ਚ ਜੇ ਮਮਤਾ ਬਨਰਜੀ ਰੈਲੀ ਕਰੂਗੀ, ਜੇ ਕਹਿ ਰਿਹਾ ਮੈਂ ਜੇ, ਕਿਉਂਕਿ ਭਵਿੱਖ ਦੀ ਹਮੇਸ਼ਾ ਭਵਿੱਖਬਾਣੀ ਹੀ ਹੋ ਸਕਦੀ ਹੈ, ਸੰਭਾਵਨਾ ਤੇ ਵਿਚਾਰ ਕਰ ਸਕਦੇ ਹਾਂ ਵੀ ਭਵਿੱਖ ਚੰਗਾ ਹੋਵੇ। ਸੋ ਜੇ ਤਾਂ ਕਿਸਾਨ ਲੀਡਰਾਂ ਨੇ ਪਾਰਟੀ ਬਣਾ ਲਈ ਤੇ ਮਮਤਾ ਬਨਰਜੀ ਦਾ ਸਮਰਥਨ ਮੰਗ ਸਕਦੇ ਨੇ ਕਿਸਾਨ, ਔਰ ਮਮਤਾ ਬਨਰਜੀ ਸਮਰਥਨ ਦੇ ਦੂ। ਮਮਤਾ ਬਨਰਜੀ ਦੇ ਸਮਰਥਨ ਦੇ ਨਾਲ ਅਗਰ ਪੰਜਾਬ 'ਚ ਕਿਸਾਨ ਆਪਣੀ ਪਾਰਟੀ ਬਣਾ ਕੇ ਚੋਣਾਂ ਦੇ ਪ੍ਰਬੰਧ 'ਚ ਆ ਜਾਣ ਤੇ ਪੰਜਾਬ ਦੇ ਕਿਸਾਨ ਬਹੁਤ ਚੰਗਾ ਪ੍ਰਦਰਸ਼ਨ ਕਰਨਗੇ। ਸਰਕਾਰ ਬਣੂ ਜਾਂ ਨਹੀਂ ਬਣੂ ਇਹ ਹਜੇ ਦੂਰ ਦੀ ਗੱਲ ਹੈ, ਪਰ ਕਿਸਾਨ ਵਿਧਾਨ ਸਭਾ 'ਚ ਵੀ ਪਹੁੰਚਣਗੇ ਔਰ ਪਾਰਲੀਮੈਂਟ 'ਚ ਪਹੁੰਚਣ ਦਾ ਰਾਹ ਵੀ ਖੁੱਲ੍ਹ ਜੂਗਾ। ਮਮਤਾ ਬਨਰਜੀ ਦੀਆਂ ਟਿਕਟਾਂ ਤੇ ਕਿਸਾਨ ਮੋਰਚਾ ਸਾਂਝੇ ਤੌਰ ਤੇ ਪਾਰਲੀਮੈਂਟ 'ਚ ਰਾਹ ਖੁੱਲ੍ਹ ਜੂਗਾ ਕਿਸਾਨਾਂ ਦਾ। ਇਹ ਤਾਂ ਇੱਕ ਪ੍ਰਸਥਿਤੀ ਹੈ। ਦੂਸਰੀ ਪ੍ਰਸਥਿਤੀ, ਕਿਸਾਨ ਮਮਤਾ ਬਨਰਜੀ ਦੇ ਨਾਲ ਨਹੀਂ ਜਾਂਦੇ, ਆਪਣੀ ਪੋਲੀਟੀਕਲ ਪਾਰਟੀ ਬਣਾ ਲੈਂਦੇ ਨੇ। ਹੋ ਸਕਦਾ ਹੈ ਉਹ ਨਵਜੋਤ ਸਿੰਘ ਸਿੱਧੂ, ਦੇਖੋ ਦਿੱਲੀ 'ਚ ਕੇਜਰੀਵਾਲ, ਪੱਛਮੀ ਬੰਗਾਲ 'ਚ ਮਮਤਾ ਬਨਰਜੀ ਤੇ ਪੰਜਾਬ 'ਚ ਨਵਜੋਤ ਸਿੰਘ ਸਿੱਧੂ, ਤਿੰਨਾਂ ਦਾ ਹੀ ਨਾਮ ਚੱਲਦਾ ਹੈ। ਤੇ ਮੁਲਕ 'ਚ ਮੋਦੀ, ਚਾਰਾਂ ਦਾ ਨਾਮ ਚੱਲਦਾ ਹੈ ਕਿ ਨਹੀਂ ਚੱਲਦਾ ਗਗਨ? ਮੁਲਕ 'ਚ ਮੋਦੀ ਸਾਹਿਬ ਦਾ ਨਾਮ ਚੱਲਦਾ ਹੈ, ਪੱਛਮੀ ਬੰਗਾਲ 'ਚ ਮਮਤਾ ਦਾ ਚੱਲਦਾ ਹੈ, ਦਿੱਲੀ 'ਚ ਕੇਜਰੀਵਾਲ ਦਾ ਚੱਲਦਾ ਹੈ ਤੇ ਪੰਜਾਬ 'ਚ ਸਿੱਧੂ ਦਾ ਚੱਲਦਾ ਹੈ। ਸੋ ਇਸ ਕਰਕੇ ਹੁਣ ਕਿਰਦਾਰਾਂ ਦੀ ਸਿਆਸਤ ਹੈ। ਹੁਣ ਪੰਜਾਬ 'ਚ ਅਗਰ ਕਿਸਾਨ ਮੋਰਚੇ ਨੂੰ ਲੱਗੇ ਕਿ ਅਸੀਂ ਮਮਤਾ ਬਨਰਜੀ ਦੇ ਨਾਲ ਜਾਣ ਦੀ ਬਜਾਏ ਅਸੀਂ ਨਵਜੋਤ ਸਿੰਘ ਸਿੱਧੂ ਦਾ ਸਮਰਥਨ ਕਰ ਦਈਏ, ਜਾਂ ਨਵਜੋਤ ਸਿੰਘ ਸਿੱਧੂ ਨੂੰ ਨਾਲ ਜੋੜ ਲਈਏ ਕਿਸੇ ਤਰੀਕੇ, ਜਾਂ ਨਵਜੋਤ ਸਿੰਘ ਸਿੱਧੂ ਜਿਸ ਵੀ ਧਿਰ 'ਚ ਹੋਊ, ਭਾਵੇਂ ਕਾਂਗਰਸ 'ਚ ਹੋਊ, ਭਾਵੇਂ ਆਪਣੀ ਧਿਰ ਬਣਾਊ, ਜੇ ਸਾਂਝ ਪੈ ਜੇ ਫਿਰ ਵੀ ਜਿਹੜਾ ਹੈਗਾ ਪੰਜਾਬ ਦੀ ਸਿਆਸਤ 2022 ਦੀਆਂ ਚੋਣਾਂ 'ਚ ਕਿਸਾਨ ਪ੍ਰਭਾਵਿਤ ਕਰ ਸਕਦੇ ਨੇ। ਕਿਸਾਨ ਦੋ ਤਰੀਕੇ ਨਾਲ ਪ੍ਰਭਾਵਿਤ ਕਰ ਸਕਦੇ ਨੇ, ਆਪਣੀ ਪਾਰਟੀ ਬਣਾ ਕੇ, ਮਮਤਾ ਬਨਰਜੀ ਨਾਲ ਜਾ ਕੇ, ਜਾਂ ਸਿੱਧੂ ਨਾਲ ਜਾ ਕੇ। ਇਹ ਤਿੰਨ ਤਰੀਕਿਆਂ ਨਾਲ ਕਿਸਾਨ ਪ੍ਰਭਾਵਿਤ ਕਰ ਸਕਦੇ ਨੇ। ਇੱਕ ਚੌਥਾ ਤਰੀਕਾ ਵੀ ਹੈ ਜਿਹਦੇ ਨਾਲ ਕਿਸਾਨ 2022 ਨੂੰ ਪ੍ਰਭਾਵਿਤ ਕਰ ਸਕਦੇ ਨੇ। ਜਿਵੇਂ ਹੁਣ ਪੱਛਮੀ ਬੰਗਾਲ 'ਚ ਕਿਸਾਨਾਂ ਨੇ ਕੀ ਕਿਹਾ ਕਿ ਜਿਹਨੂੰ ਮਰਜ਼ੀ ਵੋਟ ਪਾ ਦਿਓ ਪਰ ਬੀਜੇਪੀ ਨੂੰ ਨਾ ਪਾਈਓ। ਜੇ ਕਿਸਾਨ ਮੋਰਚੇ ਨੇ ਪੰਜਾਬ 'ਚ ਵੀ ਇਹ ਤੈਅ ਕਰ ਲਿਆ ਵੀ ਜਿਹਨੂੰ ਮਰਜ਼ੀ ਵੋਟ ਪਾ ਦਿਓ ਬੀਜੇਪੀ ਨੂੰ ਨਾ ਪਾਈਓ, ਤਾਂ ਵੀ 2022 ਦੀਆਂ ਚੋਣਾਂ ਨੂੰ ਕਿਸਾਨ ਪ੍ਰਭਾਵਿਤ ਕਰ ਸਕਦੇ ਨੇ। ਕਿਉਂਕਿ 23 ਸੀਟਾਂ ਨੇ ਪੰਜਾਬ 'ਚ। ਅੱਜ ਸਾਡਾ 6:30 ਵਜੇ ਇੱਕ ਪ੍ਰੋਗਰਾਮ ਵੀ ਰਿਲੀਜ਼ ਹੋ ਰਿਹਾ ਸਵੇਰੇ, ਹੁਣ ਤੱਕ ਹੋ ਗਿਆ ਹੋਣਾ, ਬਹੁਤ ਸਾਰੇ ਲੋਕਾਂ ਨੇ ਦੇਖ ਲਿਆ ਹੋਣਾ, ਕਈਆਂ ਨੇ ਦੇਖਣਾ। ਉਹਦੇ 'ਚ 23 ਸੀਟਾਂ ਦਾ ਜ਼ਿਕਰ ਕੀਤਾ ਵੀ ਪੰਜਾਬ ਦੀਆਂ 23 ਸੀਟਾਂ ਫੈਸਲਾ ਕੁੰਨ ਨੇ ਜਿਹੜੀਆਂ ਬੀਜੇਪੀ ਜਿੱਤਦੀ ਸੀ। ਹੁਣ ਜੇ ਕਿਸਾਨ ਮੋਰਚਾ ਉਹਨਾਂ 23 ਸੀਟਾਂ ਤੇ ਕਿਸਾਨਾਂ ਨੂੰ ਕਹਿ ਦੇ ਕਿ ਤੁਸੀਂ ਬੀਜੇਪੀ ਦਾ ਵਿਰੋਧ ਕਰੋ, ਬਾਕੀ ਜਿਹਨੂੰ ਮਰਜ਼ੀ ਵੋਟ ਪਾ ਦਿਓ, ਲਾ ਬੀਜੇਪੀ ਦੀ ਸਰਕਾਰ ਨਹੀਂ ਬਣਦੀ, ਔਰ ਫਿਰ ਉੱਥੇ ਜਿਹੜੀ ਵੋਟ ਖਿੰਡਣੀ ਹੈ, ਜੇ ਆਪ ਵੱਲ ਚੱਲ ਗਈ ਉਹਦਾ ਫਾਇਦਾ, ਸਿੱਧੂ ਵੱਲ ਚੱਲ ਗਈ ਉਹਦਾ ਫਾਇਦਾ, ਅਕਾਲੀ ਵੱਲ ਚੱਲ ਗਈ ਉਹਦਾ ਫਾਇਦਾ। ਸੋ 23 ਸੀਟਾਂ ਪੰਜਾਬ ਦੀਆਂ, ਇਹਦੇ ਤੇ ਵੱਖਰਾ ਸਾਡਾ ਇੱਕ ਐਨਾਲਿਸਿਸ ਹੈ, ਅੱਜ ਤੁਸੀਂ ਦੇਖ ਸਕਦੇ ਹੋ ਉਹਨੂੰ ਵੀ ਪੰਜਾਬ ਦੀਆਂ 23 ਸੀਟਾਂ ਫੈਸਲਾ ਕਰਨਗੀਆਂ ਅਗਲੀ 2022 ਨੂੰ। ਕਾਫੀ ਹੱਦ ਤੱਕ ਮੁੱਖ ਰੂਪ ਰਹੂਗਾ, ਮੁੱਖ ਪ੍ਰਭਾਵ ਰਹੂਗਾ ਕਿਸਾਨ ਅੰਦੋਲਨ ਦਾ। ਸੋ ਗਗਨ, ਕਿਸਾਨਾਂ ਦਾ ਬਹੁਤ ਪ੍ਰਭਾਵ ਰਹੂਗਾ। ਸੋ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਕਿਸਾਨ ਅਗਰ ਪਾਰਟੀ ਬਣਾਉਂਦੇ ਨੇ ਤਾਂ 4-5 ਤਰੀਕਿਆਂ ਨਾਲ ਉਹ ਇਸ ਚੋਣ ਨੂੰ ਪ੍ਰਭਾਵਿਤ ਕਰ ਸਕਦੇ ਨੇ। ਇਹ ਵੀ ਹੋ ਸਕਦਾ ਕਿ ਕਿਸਾਨ ਅੰਦੋਲਨ ਦੇ ਲੀਡਰ ਕੈਪਟਨ ਅਮਰਿੰਦਰ ਨਾਲ ਚਲੇ ਜਾਣ, ਵੀ ਕੈਪਟਨ ਅਮਰਿੰਦਰ ਨੇ ਸਾਡਾ ਕਾਫੀ ਸਾਥ ਦਿੱਤਾ ਪੰਜਾਬ 'ਚ ਧਰਨੇ ਦੇ ਦੌਰਾਨ। ਅਗਰ ਉਹ ਕੈਪਟਨ ਅਮਰਿੰਦਰ ਨਾਲ ਚਲੇ ਜਾਂਦੇ ਨੇ ਫਿਰ ਕੈਪਟਨ ਅਮਰਿੰਦਰ ਤਕੜਾ ਹੋ ਜੂ। ਅਗਰ ਉਹਨਾਂ ਨੂੰ ਹਰਸਿਮਰਤ ਕੌਰ ਬਾਦਲ ਦੀ ਕੁਰਬਾਨੀ ਲੱਗਣ ਲੱਗ ਗਈ ਕਿਸਾਨ ਮੋਰਚੇ ਨੂੰ, ਤੇ ਅਕਾਲੀ ਦਲ ਨਾਲ ਕਿਸਾਨ ਮੋਰਚਾ ਚਲਿਆ ਗਿਆ, ਫਿਰ ਅਕਾਲੀ ਦਲ ਦੀ ਬੱਲੇ ਬੱਲੇ ਹੋ ਜਾਣੀ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸਾਨ ਮੋਰਚਾ ਜੇ ਕਿਸੇ ਨਾਲ ਵੀ ਖੜ ਗਿਆ, ਸਮੁੱਚੀ ਕਿਸਾਨੀ ਪੰਜਾਬ ਦੀ ਕਿਸੇ ਨਾਲ ਵੀ ਖੜ ਗਈ, ਉਹਦੀ ਸਰਕਾਰ ਬਣਾ ਦੂ। ਸੋ ਇਹ ਵੱਖੋ ਵੱਖਰੇ ਸਮੀਕਰਨ ਜਿਹੜੇ 2022 ਦੇ ਆਲੇ ਦੁਆਲੇ ਘੁੰਮਣੇ ਨੇ। ਇਸ ਦੇ ਨਾਲ ਡਾਲਾ ਸਾਹਿਬ ਹੋਰ ਕਿਹੜੀਆਂ ਗੱਲਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਖਾਸ ਕਰਕੇ 2022, ਕਿਉਂਕਿ ਹੁਣ ਸਭ ਦੀ ਟੇਕ 2022 ਹੈ, ਜਿਸ ਦੇ ਵਿੱਚ ਪੰਜਾਬ ਵੀ ਨਿਗਾਹਾਂ ਦੇ ਉੱਤੇ ਰਹਿਣਾ ਤੇ ਉੱਤਰ ਪ੍ਰਦੇਸ਼ ਵੀ ਨਿਗਾਹਾਂ ਦੇ ਉੱਤੇ ਰਹਿਣਾ। ਕਿੱਦਾਂ ਵੇਖਦੇ ਹੋ ਇਹਨਾਂ, ਜੇਕਰ ਦੋਹੇ ਸੂਬਿਆਂ ਨੂੰ ਜੋੜ ਕੇ ਵੇਖੀਏ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਕਿਹੜੀਆਂ ਹੋਰ ਚੀਜ਼ਾਂ ਪ੍ਰਭਾਵਿਤ ਪੰਜਾਬ ਨੂੰ ਕਰਨਗੀਆਂ? ਦੇਖੋ, ਮੈਂ ਕਈ ਤੁਹਾਨੂੰ ਸਮੀਕਰਨ ਹੈ ਜਿਹੜੇ ਉਹ ਬਣਦੇ ਦੇਖੇ ਪੰਜਾਬ 'ਚ। ਇੱਕ ਹੋਰ ਵਿਚਿੱਤਰ ਸਮੀਕਰਨ ਬਣ ਸਕਦਾ ਪੰਜਾਬ 'ਚ, ਇਹ ਬਣ ਸਕਦਾ। ਦੇਖੋ, ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਫੇਰ ਟਵੀਟ ਕੀਤਾ, ਉਹਨਾਂ ਨੇ ਵਧਾਈ ਦਿੱਤੀ ਹੈ ਮਮਤਾ ਬਨਰਜੀ ਨੂੰ। ਮਮਤਾ ਬਨਰਜੀ ਨੂੰ ਨਵਜੋਤ ਸਿੰਘ ਸਿੱਧੂ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਬੜਾ ਸਤਿਕਾਰ ਵੀ ਕਰਦੇ ਨੇ। ਵਧਾਈ ਵੀ ਦਿੱਤੀ ਹੈ ਨਵਜੋਤ ਸਿੱਧੂ ਨੇ ਮਮਤਾ ਬਨਰਜੀ ਨੂੰ, ਕੇਜਰੀਵਾਲ ਨੇ ਵੀ ਵਧਾਈ ਦਿੱਤੀ ਹੈ।
एक नवा समीकरण जिहड़ा ये भी हो सकता है, अगर ममता बनर्जी ते आम आदमी पार्टी का गठजोड़ हो जाए पंजाब दीयां चोणां लई। देखो आम आदमी पार्टी अगर ममता बनर्जी नाल गठजोड़ कर ले 2022 च पंजाब दीयां चोणां लई, ये भी एक संभावना बन सकती है, क्योंकि आम आदमी पार्टी कई पार्टियां नाल गठजोड़ करने की तैयारी कर रही है पंजाब च। सुखदेव ढींडसा उन्हां नाल भी गलबात चली आम आदमी पार्टी की, क्योंकि सबनों पता है अरविंद केजरीवाल के समर्थन च बीबी ममता बनर्जी प्रचार करन आई सी, पर केजरीवाल नहीं ममता बनर्जी की मैनूं मंच ते कदी दिखिया। इन्हां चोणां च केजरीवाल नहीं गए, पर वधाई जरूर देती केजरीवाल ने ममता बनर्जी उन्हां दे जितण तो बाद। सो 2022 च आम आदमी पार्टी चाह के ममता बनर्जी के नाल कोई गठजोड़ कर सकती है। देखो ममता बनर्जी का फायदा की होना, ममता बनर्जी की जिहड़ी इमेज बनी है ना जी, वो एंटी PM बन गई, एंटी मोदी साहब बन गई। ममता बनर्जी नूं कोई शेर नहीं कह रहा, कोई ममता बनर्जी नूं कुछ कह रहा है, कोई अपने अपने हिसाब के नाल ताकत रूपी शख्सियत के तौर पर देख रहा है। और लोगों को ये लगन लग गया, कई कहन लग गए 2024 च ममता बनर्जी हुण चुनौती देगी प्रधानमंत्री नरेंद्र मोदी नूं। उहदे ते एक मेरा वखरा नज़रिया है, प्रियंका गांधी भी पई है। ममता बनर्जी अगर नरेंद्र मोदी ममता बनर्जी तो हार गए, जिहड़े कि एक बीबी है, तो प्रियंका गांधी की चुनौती भी पेश की जा सकती है, कांग्रेस च विचार हो सकता है। क्योंकि नरेंद्र मोदी दीयां स्कीमां दा फायदा परिवारां च मिलिया, गैस सिलेंडर के रूप च, खात्यां के रूप च, राशन के रूप च, इस करके औरतां दीयां वोटां बहुत पैंदियां ने नरेंद्र मोदी नूं। हुण अगर दूसरे पासे मुकाबले च औरत आ जाए तो फिर नरेंद्र मोदी नूं जिहड़ी सीधी वोट औरतां दी पैंदी, साडियां बीबियां मातावां भैणां दी, उहदा ध्रुवीकरण हो सकता है। जिवें नरेंद्र मोदी BJP दा, नरेंद्र मोदी जिवें कांग्रेस च ध्रुवीकरण करते हैं, ऐं अगर ममता बनर्जी सी, ममता बनर्जी ने औरतां दीयां वोटां दा ध्रुवीकरण करता, उत्थे ज़्यादा वोटां औरतां दीयां ममता बनर्जी नूं पै गईयां, मोदी साहब घट गए, उहदे नाल हार गए उत्थे। इस तरह अगर प्रियंका गांधी नूं कांग्रेस डिवेलप कर ले, जिवें दी शैली है प्रियंका गांधी दी, इंदिरा गांधी दी दिख उहदे चों दिखदी है, जदों इंदिरा गांधी दीयां साड़ियां पाउंदी है प्रियंका गांधी, उदां दी शैली है बोलण दी भी, तो मुकाबला भविख च हो सकता है। देखो समा जिहड़ा है ना गगन, कुछ चंगे फैसलिਆਂ ਦੇ ਨਾਲ लीडर के तौर पर स्थापित हो जाता है। असीं इतिहास देखिया, केजरीवाल देख लो, आ तुसीं देखो करुणानिधि उन्हां दा पुत्तर स्टालिन, उन्हें चंगे फैसले किए, चंगी सियासत की। आ लो 10 साल की ओपोजिशन तो बाद सत्ता च आ गया स्टालिन, है जी। आ करनाटका च जित के सरकार बनाती, नाल कांग्रेस है। सो सत्ता दे विच हौसले, अगर नरेंद्र मोदी साहब, अमित शाह साहब, सारे BJP के मंत्री कुछ दिनों च ममता बनर्जी तो हार सकते हैं, तो बाकी लीडर भी तैयार हो सकते हैं। सो ये सियासत है, सियासत कुछ भी हो जाता है। हुण एक तो समीकरण ये है कि अगर आम आदमी पार्टी ममता बनर्जी नाल सांझ कर ले, तो ममता बनर्जी की इमेज है एंटी मोदी, तो पंजाब च आम आदमी पार्टी प्रधानमंत्री नरेंद्र मोदी दीयां रैलियां दा काट करा सकती है। फिर एक समीकरण होर है जो मैं सोच रहा, यह भी हो सकता है कि ममता कि सिद्धू ने जे अपना धड़ा कोई बना लिया या अपनी पार्टी बना ली, फिर सिद्धू हो गया, किसान अंदोलन हो गया, ममता बनर्जी हो गए। अगर सिद्धू ममता ते किसान अंदोलन इकट्ठा हो जाए, फिर तो किसी होर दी सरकार पंजाब च बन ही नहीं सकती। और जे किते सिद्धू, ये भी एक संभावना है गगन, समीकरण है। देखो ये मेरे अंदाजे ने, यह भी हो सकता भविख च जे किते सिद्धू आप च चलिया ही जाए, एक सिद्धू आप च चल गया वही नहीं मान, दूजा ममता बनर्जी नाल आ गई, चौथा किसान अंदोलन नाल आ गया, फिर किहदी सरकार बननी होर पंजाब च, है जी गगन। फिर तो 2024 नूं उड़ीकीए सारे कि 2024 च पंजाब लई सब कुछ चंगा होवे, पंजाब नूं अजिही लीडरशिप मिले 2024 च जिहड़ी लीडरशिप कीते हुए वादे पूरे करे, कोशिश ना करे। कोशिश तो सारी दुनिया करती है, कोशिश तो होने वाले हाकमां ने भी कर ली, पिछलिਆਂ ने भी कर ली, सारे वादे पूरे करे। उहे जी सरकार सानूं चाहीदी है, हकीकत च पूरे करे, तां ही पंजाब की तरक्की होनी है। नहीं तो पंजाब जिड्डा करजई है, असीं बहुत औखे हाँ पंजाब वाले, और बहुत सानूं भविख च नुकसान हो सकता है। सो ये वक्-वक् समीकरण सी गगन, जिन्हां दे उत्ते मैं अपने अंदाजे लाए ने, क्योंकि सियासत जिहड़ी है वो अंदाज़िਆਂ ते टिकी है। कल नूं पता नहीं किने किहनूं जफ्फी पा लेनी, किने किहदी पार्टी छड्ड देनी, किहदी पार्टी च आ जाना है। अज किसी होर पार्टी दा, कल नूं किसी होर पार्टी चों आऊगा। सो कुछ नहीं पता। तुसीं देखो ममता बनर्जी शुभेंदु अधिकारी तो हार गई, वो ममता बनर्जी दे लगातार नाल रह के वो लीडर डिवेलप होया सी, वो ममता बनर्जी नूं हरा गया, है जी। कई बारी चेला गुरु नूं हरा जांदा, ये अजकल दा समय, पर सच्चा चेला उही है जिहड़ा गुरु नूं सिर्फ हाथ जोड़े इज्जत जी।
ਬਿਲਕੁਲ ਇਹ ਸਾਰੀਆਂ ਸੰਭਾਵਨਾਵਾਂ 2022 ਨੂੰ ਲੈ ਕੇ ਨੇ। ਹਾਲਾਂਕਿ ਹਜੇ ਸਾਰੀਆਂ ਹੀ ਸਿਆਸੀ ਧਿਰਾਂ ਦੇ ਨਾਲ ਜਿਹੜਾ ਕਿਸਾਨਾਂ ਦਾ 36 ਦਾ ਅੰਕੜਾ ਸਾਹਮਣੇ ਆ ਰਿਹਾ, ਉਹ ਕਿਸੇ ਨੂੰ ਵੀ ਜਿਹੜਾ ਸਟੇਜਾਂ ਦੇ ਵੱਲ ਜਾਂ ਆਪਣੇ ਅੰਦੋਲਨ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਦੇ ਰਹੇ। ਸੋ ਇਸ ਕਰਕੇ ਇਸ ਗੱਲ ਦਾ ਫੈਸਲਾ ਉਦੋਂ ਹੋਣਾ ਜਦੋਂ ਕਿਸਾਨ ਅੰਦੋਲਨ ਦਾ ਫੈਸਲਾ ਹੁੰਦਾ ਹੈ, ਕਿਸਾਨ ਵਾਪਸ ਪੰਜਾਬ ਪਰਤਦੇ ਨੇ। ਸੋ ਇਹਦਾ ਪ੍ਰਭਾਵ ਬਹੁਤ ਵੱਡੇ ਪੱਧਰ ਤੇ, ਇਹਦਾ ਫਾਇਦਾ ਜਿਹੜਾ ਬਾਕੀ ਧਿਰਾਂ ਨੂੰ ਛੱਡ ਕੇ ਕਈ ਵਾਰ ਬੀਜੇਪੀ ਨੂੰ ਵੀ ਵੇਖਿਆ ਜਾ ਸਕਦਾ ਜੇਕਰ ਸਹੀ ਖੁਸ਼ ਤਰੀਕੇ ਨਾਲ ਪੰਜਾਬ ਵਾਪਸ ਪਰਤ ਆਉਂਦੇ ਨੇ ਕਿਸਾਨ। ਤਾਂ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿੱਧਰ ਨੂੰ ਜਾਂਦੀ ਹੈ ਤੇ ਕੀ ਕੁਝ ਪੰਜਾਬ ਦੇ ਵਿੱਚੋਂ ਅਸੀਂ ਵੱਖਰਾ ਵੇਖਾਂਗੇ। ਤੇ ਫਿਲਹਾਲ ਦੇ ਲਈ ਹੁਣ ਇਜਾਜ਼ਤ ਲਵਾਂਗੇ, ਅਗਲੇ ਪ੍ਰੋਗਰਾਮਾਂ ਦੇ ਵਿੱਚ ਮਿਲਦੇ ਹਾਂ, ਵੱਡੇ ਮਸਲਿਆਂ ਦੇ ਉੱਤੇ ਗੱਲਬਾਤ ਜਿਹੜੀ ਕਰਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।